ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। माटी का क्या धोपै स्वामी, मानस की गत एही। सो कहो टल गुर सेवियै, अहनिस सहज सुभाए। दर्शन परसिया गुरु कै, जन्म मरण दुख जाए। सतनाम वाहिगुरु साहिब जी। गौड़ी सुखमणी महला पंजवा। एक ओंकार सतगुर प्रसाद। सलोक काम क्रोध अर लोभ मोह, बिन सजाए अहम एव। नानक प्रभ शरणागति, कर प्रसाद गुरदेव। अष्टपदी। जिह प्रसाद छति अमृत खाहे, तिस ठाकुर को राख मन माहे। जिह प्रसाद सुगंधत तन लावहे, तिसको सिमरत परमगत पावहे। जिह प्रसाद गृह सांग सुख बसना, आठ पहर सिमरो तिस रसना। जिह प्रसाद रंग रस भोग, नानक सदा ध्याईऐ ध्यावन जोग। जिह प्रसाद गृह संग सुख बसना, आठ पहर सिमरो तिस रसना। जिह प्रसाद रंग रस भोग, नानक सदा ध्याईऐ ध्यावन जोग। वाहिगुरू जी का खालसा, वाहिगुरू जी की फतेह। जुगो जुग अटल चबर तख्त दे मालक, लोक परलोक दे राखे। जाहरा जहूर हाजरा हजूर, सर्ब कला भरपूर। जागदी जोत धन धन साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत मिलदे खुले दर्शन दीदारे बख्शे हन। आओ अमृत वेले दी संभाल करते हुए साहिब श्री गुरु ग्रंथ साहिब महाराज जी के दर्शन दीदारे करते हुए, गुरु दरबार के अंदर हाजरियां भरते हुए मन बिरतियां नूं एकागर करते हुए, गुरु की बाणी बाणी की विचार श्रवण करते हुए, साहिब श्री गुरु ग्रंथ साहिब महाराज जी नूं शीस झुकाउंदे हुए सारी संगत गज के फतेह बुलाउणा करिए जी। वाहिगुरू जी का खालसा, वाहिगुरू जी की फतेह। साहिब श्री गुरु ग्रंथ साहिब महाराज जी की पवित्र बाणी गौड़ी राग के अंदर सुखमनी साहिब महला पंजवा पंजवें पातशाह गुरु अर्जन देव महाराज जी के मुखार बिंद तो उचारण की हुई।
ਛੇਵੀਂ ਅਸ਼ਟਪਦੀ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਸ਼ਲੋਕ ਅੰਦਰ ਸਮਝਾ ਰਹੇ ਹਨ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮ ਏਵ। ਮਹਾਰਾਜ ਜੀ ਕਥਨ ਕਰਦੇ ਹਨ ਕਿ ਕਾਮ ਵਿਸ਼ੇ ਦਾ ਫੁਰਨਾ, ਕ੍ਰੋਧ ਚਿੱਤ ਦੀ ਤੀਖਣ ਬਿਰਤੀ ਅਤੇ ਪਦਾਰਥ ਇਕੱਠੇ ਕਰਨ ਦਾ ਲੋਭ ਲਾਲਚ, ਸਰੀਰਾਂ ਦਾ ਮੋਹ ਸਨੇਹ, ਬਿਨ ਸਜਾਏ ਅਹਮ ਏਵ ਕਿ ਦੇਹ ਦਾ ਅਹਮੇਵ, ਦੇਹ ਦਾ ਹੰਕਾਰ ਆਦਿਕ ਵਿਕਾਰ ਨਾਸ ਹੋ ਜਾਣਗੇ। ਕਾਹਦੇ ਨਾਲ? ਮਹਾਰਾਜ ਜੀ ਕਹਿਣ ਲੱਗੇ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਕਰਕੇ ਪਰਮੇਸ਼ਰ ਦੀ ਸ਼ਰਨਾਗਤੀ ਸਰਨ ਵਿੱਚ ਓਟ ਵਿੱਚ ਪਾ ਦੇਣਗੇ, ਗੁਰੂ ਪੂਜਨੀਕ ਪਰਮੇਸ਼ਰ ਮਹਾਰਾਜ ਜੀ ਕਹਿਣ ਲੱਗੇ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਹੇ ਗੁਰੂ ਸਾਹਿਬ ਜੀ, ਪੂਜਨੀਕ ਪਰਮੇਸ਼ਰ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਸ਼ਰਨਾਗਤੀ ਸ਼ਰਨ ਵਿੱਚ ਆਇਆ ਹਾਂ। ਤੁਸੀਂ ਕਿਰਪਾ ਕਰਕੇ ਮੇਰੇ ਇਹ ਵਿਕਾਰ ਨਾਸ ਕਰ ਦਿਓ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮ ਏਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਮਹਾਰਾਜ ਜੀ ਸਮਝਾ ਰਹੇ ਹਨ ਕਿ ਕਾਮ ਹੁੰਦਾ ਵਿਸ਼ੇ ਦਾ ਫੁਰਨਾ, ਕ੍ਰੋਧ ਚਿੱਤ ਦੀ ਤੀਖਣ ਬਿਰਤੀ ਅਤੇ ਪਦਾਰਥ ਇਕੱਠੇ ਕਰਨ ਦਾ ਲਾਲਚ, ਸਰੀਰਾਂ ਦਾ ਮੋਹ ਸਨੇਹ, ਦੇਹ ਦਾ ਅਹਮੇਵ ਹੰਕਾਰ ਆਦਿਕ ਵਿਕਾਰ ਨਾਸ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਦੋਂ ਗੁਰਦੇਵ ਦੀ, ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਕਿਰਪਾ ਕਰਕੇ ਪਰਮੇਸ਼ਰ ਦੀ ਸ਼ਰਨਾਗਤੀ ਸ਼ਰਨ ਵਿੱਚ ਪਾ ਦੇਣਗੇ। ਗੁਰੂ ਪੂਜਨੀਕ ਪਰਮੇਸ਼ਰ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਕਿਰਪਾ ਕਰਕੇ ਮੇਰੇ ਇਹ ਵਿਕਾਰ ਨਾਸ ਕਰ ਦਿਓ। ਅਸ਼ਟਪਦੀ ਜਿਹ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਜਿਹ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ, ਅਸ਼ਟਪਦੀ 8 ਪਦਿਆਂ ਵਾਲੀ ਬਾਣੀ ਸੁਖਮਣੀ ਸਾਹਿਬ ਦੇ ਅੰਦਰ ਸਮਝਾ ਰਹੇ ਹਨ ਕਿ ਹੇ ਮਨਾ, ਜਿਹ ਪ੍ਰਸਾਦ, ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਤੂੰ ਛਤ ਹੀ ਅੰਮ੍ਰਿਤ ਖਾਹੇ, ਤੂੰ ਅੰਮ੍ਰਿਤ ਰੂਪੀ 36 ਪ੍ਰਕਾਰ ਦੇ ਭਾਵ ਅਨੇਕਾਂ ਪ੍ਰਕਾਰ ਦੇ ਭੋਜਨ ਖਾਂਦਾ ਹੈ। ਖੱਟੇ ਮਿੱਠੇ ਆਦਿਕ 6 ਰਸ ਮੇਲ ਕੇ ਇੱਕ ਰਸ ਤੋਂ 6 ਪ੍ਰਕਾਰ ਦੇ ਰਸ ਤਿਆਰ ਕਰਕੇ ਲਏ ਜਾਂਦੇ ਹਨ ਕਿ 36 ਅੰਮ੍ਰਿਤ ਜਿਨ ਭੋਜਨ ਦੀਏ, ਖਾਟ ਰਸ ਮਿੱਠ ਰਸ ਮਿਲ ਕੈ 36 ਭੋਜਨ ਹੋਣ ਰਸੋਈ। ਭਾਈ ਗੁਰਦਾਸ ਦੀਆਂ 12 ਦੇ ਵਿੱਚ ਹੈ ਕਿ ਖਾਟ ਰਸ ਮਿੱਠ ਰਸ ਮੇਲ ਕੈ 36 ਭੋਜਨ ਹੋਣ ਰਸੋਈ, ਕਿ ਰਸੋਈ ਦੇ ਵਿੱਚ 36 ਪ੍ਰਕਾਰ ਦੇ ਭੋਜਨ ਬਣਦੇ ਹਨ। ਕਿ ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੂੰ ਅੰਮ੍ਰਿਤ ਰੂਪੀ 36 ਪ੍ਰਕਾਰ ਦੇ ਭੋਜਨ ਖਾਂਦਾ ਹੈ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਕਿ ਉਸ ਠਾਕੁਰ, ਉਸ ਹਰੀ ਵਾਹਿਗੁਰੂ ਨੂੰ ਮਨ ਦੇ ਵਿੱਚ, ਹਿਰਦੇ ਵਿੱਚ ਵਸਾ ਕੇ ਰੱਖਣਾ ਕਰ, ਕਿ ਜਿਸ ਦੇ ਦਿੱਤੇ ਹੋਏ ਤੂੰ 36 ਪ੍ਰਕਾਰ ਦੇ ਭੋਜਨ ਖਾਂਦਾ ਹੈ, ਉਸ ਠਾਕੁਰ ਨੂੰ, ਉਸ ਪਰਮੇਸ਼ਰ ਨੂੰ, ਉਸ ਅਕਾਲ ਪੁਰਖ ਨੂੰ ਮਨ ਦੇ ਵਿੱਚ ਰੱਖਣਾ ਕਰ। ਜੈਸਾ ਕਿ ਜਿਸ ਦਾ ਦੀਆ ਪਹਿਨੈ ਖਾਏ, ਤਿਸ ਸਿਉ ਆਲਸ ਕਿਉ ਬਨੈ ਮਾਏ। ਕਿ ਮਹਾਰਾਜ ਜੀ ਕਹਿਣ ਲੱਗੇ ਕਿ ਜਿਸ ਦਾ ਦਿੱਤਾ ਪਹਿਨਾ, ਕਿ ਜਿਸ ਅਕਾਲ ਪੁਰਖ ਦਾ ਦਿੱਤਾ ਹੋਇਆ ਪਹਿਨਾ ਪਹਿਨਦਾ ਹੈ, ਖਾਏ ਖਾਂਦਾ ਹੈ, ਤਿਸ ਕਿਉ ਆਲਸ ਕਿਉ ਬਨੈ ਮਾਏ। ਹੇ ਮੇਰੀ ਮਾਤਾ ਪਿਤਾ ਰੂਪ
ਸਾਖੀਓ ਕਿ ਉਸ ਪਰਮੇਸ਼ਰ ਨੂੰ ਨਾਮ ਜਪਣ ਵੇਲੇ ਆਲਸ ਕਿਉਂ ਕਰਦੇ ਹੋ, ਜਿਸ ਦਾ ਦਿੱਤਾ ਹੋਇਆ ਪਹਿਨਦੇ ਹਾਂ ਤੇ ਖਾਂਦੇ ਹਾਂ। ਜਿਹ ਪ੍ਰਸਾਦ ਸੁਗੰਧਿਤ ਤਨ ਲਾਵਹਿ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤਨ ਹੁੰਦਾ ਸਰੀਰ ਤੇ ਆਤਰ ਫਲੇਲ ਆਦਿਕ ਸੁਗੰਧਿਤ ਖੁਸ਼ਬੂਆਂ ਲਾਉਂਦਾ ਹੈ, ਤਿਸ ਕੋ ਸਿਮਰਤ ਪਰਮਗਤ ਪਾਹੇ। ਉਸ ਪਰਮੇਸ਼ਰ ਨੂੰ ਸਿਮਰ ਕੇ ਪਰਮ ਪਦ ਵੱਡੀ ਮੁਕਤੀ ਭਾਵ ਕੈਵਲ ਮੁਕਤੀ ਨੂੰ ਪਾ ਲਵੇਗਾ। ਜਿਹ ਪ੍ਰਸਾਦ ਸੁਗੰਧਿਤ ਤਨ ਲਾਹੇ, ਤਿਸ ਕਉ ਸਿਮਰਤ ਪਰਮਗਤ ਪਾਹੇ। ਜਿਸ ਦੀ ਕਿਰਪਾ ਨਾਲ ਸਰੀਰ ਤੇ ਅਤਰ ਫਲੇਲ ਖੁਸ਼ਬੂਆਂ ਲਾਉਂਦਾ ਹੈ, ਉਸ ਪਰਮੇਸ਼ਰ ਨੂੰ ਸਿਮਰ ਕੇ ਵੱਡੀ ਮੁਕਤੀ ਪਾ ਲਵੇਗਾ, ਕੈਵਲ ਮੁਕਤੀ ਪਾ ਲਵੇਗਾ। ਜਿਹ ਪ੍ਰਸਾਦ ਬਸਹਿ ਸੁਖ ਮੰਦਰ। ਜਿਸ ਦੀ ਕਿਰਪਾ ਨਾਲ ਸੁਖਦਾਇਕ ਮੰਦਰ ਸੁਖਦਾਇਕ ਮਕਾਨਾਂ ਵਿੱਚ ਵਸਦਾ ਹੈ, ਤਿਸਹਿ ਧਿਆਏ ਸਦਾ ਮਨ ਅੰਦਰ। ਤਿਸਹਿ ਉਸ ਪਰਮੇਸ਼ਰ ਨੂੰ ਹਿਰਦੇ ਅੰਦਰ ਜਾਣ ਕੇ ਵਸਦਾ ਸਮਝ ਕੇ ਹਮੇਸ਼ਾ ਧਿਆਇਆ ਕਰ, ਉਸ ਨੂੰ ਚੇਤੇ ਕਰਿਆ ਕਰ, ਉਸ ਦਾ ਨਾਮ ਜਪਿਆ ਕਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ। ਜਿਸ ਪਰਮੇਸ਼ਰ ਦੀ ਪ੍ਰਸਾਦ ਕਿਰਪਾ ਕਰਕੇ ਤੂੰ ਗ੍ਰਹਿ ਹੁੰਦਾ ਘਰ ਵਿੱਚ ਪਰਿਵਾਰ ਨਾਲ ਸੁਖੀ ਵਸਦਾ ਹੈ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਕਿ ਜਿਸ ਪਰਮੇਸ਼ਰ ਦੀ ਕਿਰਪਾ ਕਰਕੇ ਤੂੰ ਘਰ ਵਿੱਚ ਪਰਿਵਾਰ ਦੇ ਨਾਲ ਸੁਖੀ ਵਸਦਾ ਹੈ। ਆਠ ਪਹਿਰ ਸਿਮਰੋ ਤਿਸ ਰਸਨਾ, ਕਿ ਉਸ ਪਰਮੇਸ਼ਰ ਨੂੰ ਅੱਠੇ ਪਹਿਰ ਰਸਨਾ ਦੇ ਨਾਲ ਸਿਮਰਨਾ ਕਰ। ਜਿਹ ਪ੍ਰਸਾਦ ਰੰਗ ਰਸ ਭੋਗ। ਜਿਸ ਵਾਹਿਗੁਰੂ ਦੀ ਪ੍ਰਸਾਦ ਹੁੰਦਾ ਕਿਰਪਾ ਨਾਲ ਅਨੇਕਾਂ ਤਰ੍ਹਾਂ ਦੇ ਰੰਗ, ਅਨੇਕਾਂ ਤਰ੍ਹਾਂ ਦੇ ਕੌਤਕਾਂ ਦੇ ਪਦਾਰਥਾਂ ਦੇ ਰਸਾਂ ਨੂੰ ਭੋਗਦਾ ਹੈ। ਨਾਨਕ ਸਦਾ ਧਿਆਈਐ ਧਿਆਵਨ ਜੋਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਮੇਸ਼ਾ ਧਿਆਉਣੇ ਲਾਇਕ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ, ਕਿ ਜਿਸ ਦਾ ਸਭ ਕੁਝ ਦਿੱਤਾ ਹੋਇਆ ਖਾਂਦਾ ਹੈ, ਜਿਸ ਦੀ ਕਿਰਪਾ ਨਾਲ ਪਰਿਵਾਰ ਦੇ ਵਿੱਚ ਸੁੱਖ ਭੋਗ ਰਿਹਾ ਹੈ, ਕਿ ਉਸ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਨਾਲ ਅਨੇਕਾਂ ਤਰ੍ਹਾਂ ਦੇ ਰੰਗ ਰਸ ਭੋਗ, ਰੰਗ ਕੌਤਕ ਤੇ ਪਦਾਰਥਾਂ ਦੇ ਰਸਾਂ ਨੂੰ ਭੋਗਦਾ ਹੈ। ਨਾਨਕ ਸਦਾ ਧਿਆਈਐ ਧਿਆਵਨ ਜੋਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਮੇਸ਼ਾ ਧਿਆਉਣੇ ਲਾਇਕ ਹਰੀ ਵਾਹਿਗੁਰੂ ਨੂੰ ਧਿਆਉਣਾ ਕਰ, ਉਸ ਦਾ ਨਾਮ ਜਪਣਾ ਕਰ। ਦੂਸਰੇ ਪਦੇ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਜਿਹ ਪ੍ਰਸਾਦ ਪਾਟ ਪਟੰਬਰ ਹੰਢਾਵਹਿ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤਨ ਤੇ ਸੂਤੀ ਪਾਟ ਕੱਪੜਾ ਅਤੇ ਪਟੰਬਰ ਪਾਟ ਜਮਾ ਅੰਬਰ ਰੇਸ਼ਮ ਦੇ ਕੱਪੜੇ ਪਹਿਨਦਾ ਭਾਵ ਹੰਢਾਉਣਾ ਕਰਦਾ ਹੈ, ਤਿਸ ਹੈ ਤਿਆਗ ਕਤ ਆਵਰ ਲੁਭਾਵਹਿ। ਉਸ ਪਰਮੇਸ਼ਰ ਦਾ ਸਿਮਰਨ ਤਿਆਗ ਛੱਡ ਕੇ ਕਿਸ ਵਾਸਤੇ ਹੋਰ ਪਦਾਰਥਾਂ ਵਿੱਚ ਲੁਭਾਏਮਾਨ ਹੁੰਦਾ ਹੈ। ਜਿਹ ਪ੍ਰਸਾਦ ਪਾਟ ਪਟੰਬਰ ਹੰਢਾਵਹਿ, ਤਿਸ ਹੈ ਤਿਆਗ ਕਤ ਆਵਰ ਲੁਭਾਵਹਿ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੂੰ ਤਨ ਤੇ ਸੂਤੀ ਕੱਪੜਾ ਤੇ ਪਟੰਬਰ ਰੇਸ਼ਮ ਦੇ ਕੱਪੜੇ ਪਹਿਨਦਾ ਹੈ, ਹੰਢਾਉਣਾ ਕਰਦਾ ਹੈ, ਤਿਸ ਹੈ ਤਿਆਗ ਕਤ ਆਵਰ ਲੁਭਾਵੇ। ਉਸ ਪਰਮੇਸ਼ਰ ਦਾ ਸਿਮਰਨ ਛੱਡ ਕੇ ਕਿਸ ਵਾਸਤੇ ਹੋਰ ਪਦਾਰਥਾਂ ਵਿੱਚ ਲੁਭਾਏਮਾਨ ਹੁੰਦਾ ਹੈ। ਜਿਹ ਪ੍ਰਸਾਦ ਸੁਖ ਸੇਜ ਸੋਈਜੈ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸੁਖਦਾਇਕ ਸੇਜਾਂ ਤੇ ਸੋਈਜੈ ਸੌਂਦਾ ਹੈ। ਹੇ ਮਨਾ ਮਨ ਆਠ ਪਹਿਰ ਤਾਂ ਕਾ ਜਸ ਗਾਵੀਜੈ। ਹੇ ਮਨਾ ਅੱਠੇ ਪਹਿਰ ਤਾਂ ਉਸ ਹਰੀ ਵਾਹਿਗੁਰੂ ਦਾ ਕੀਰਤ ਗਾਉਣਾ ਕਰ, ਉਸ ਦੀ ਸਿਫਤ ਸਲਾਹ ਕਰਨਾ ਕਰ।
ਜਿਹ ਪ੍ਰਸਾਦ ਤੁਝ ਸਭ ਕੋ ਮਾਨੈ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੈਨੂੰ ਸਭ ਕੋਈ ਮੰਨਦਾ ਹੈ, ਭਾਵ ਸਭ ਕੋਈ ਤੇਰਾ ਮਾਣ ਕਰਦਾ ਹੈ। ਮੁਖ ਤਾਂ ਕੈ ਜਸ ਰਸਨ ਵਖਾਨੈ। ਉਸ ਵਾਹਿਗੁਰੂ ਦਾ ਮੁਖ ਮੂੰਹ ਦੁਆਰਾ ਰਸਨਾ ਦੇ ਨਾਲ ਕੀਰਤਨ ਕਰਨਾ ਕਰ, ਉਸ ਦੀ ਸਿਫਤ ਸਲਾਹ ਕਰਿਆ ਕਰ। ਜਿਹ ਪ੍ਰਸਾਦ ਤੁਝ ਸਭ ਕੋ ਮਾਨੈ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਸਾਰੇ ਕੋਈ ਮੰਨਦੇ ਹਨ, ਭਾਵ ਸਭ ਕੋਈ ਤੇਰਾ ਮਾਣ ਕਰਦੇ ਹਨ। ਮੁਖ ਤਾਂ ਕੈ ਜਸ ਰਸਨ ਵਖਾਨੈ। ਉਸ ਵਾਹਿਗੁਰੂ ਦਾ ਮੁਖ ਦੁਆਰਾ ਰਸਨਾ ਨਾਲ ਕੀਰਤ ਕੇ ਸਿਫਤ ਸਲਾਹ ਵਡਿਆਈ ਕਥਨ ਕਰਿਆ ਕਰ। ਮੁਖੀ ਹਰੀ ਦਾ ਜਸ ਰਸਨਾ ਨਾਲ ਕਰਿਆ ਕਰ, ਫੇਰ ਤੂੰ ਵੀ ਮੁਖੀ ਭਾਵ ਵੱਡਾ ਪੂਜਨੀਕ ਹੋ ਜਾਵੇਂਗਾ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਧਰਮ ਨਿਜਮ ਰਹਿ ਜਾਂਦਾ ਹੈ, ਭਾਵ ਪਰਮੇਸ਼ਰ ਹੀ ਧਰਮ ਦੀ ਰਾਖੀ ਕਰਦਾ ਹੈ। ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਹੇ ਮਨਾ, ਹਮੇਸ਼ਾ ਕੇਵਲ ਸਿਰਫ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰ। ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤੇਰਾ ਧਰਮ ਨਿਜਮ ਰਹਿ ਜਾਂਦਾ ਹੈ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ। ਹਰੀ ਵਾਹਿਗੁਰੂ ਦੇ ਨਾਮ ਨੂੰ ਜਪੇਗਾ, ਦਰਗਹਿ ਮਾਨ ਪਾਵੇ, ਤਾਂ ਦਰਗਹਿ ਪਰਲੋਕ ਵਿੱਚ ਮਾਨ ਇੱਜ਼ਤ ਪਾਉਣਾ ਕਰੇਗਾ। ਪ੍ਰਭ ਜੀ ਜਪਤ ਕਿ ਪ੍ਰਭੂ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਤ ਜਪੇਗਾ ਤਾਂ ਦਰਗਹਿ ਮਾਨ ਪਾਵੇ, ਤਾਂ ਦਰਗਾਹ ਦੇ ਵਿੱਚ ਹਰੀ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਇੱਜ਼ਤ ਪਾਉਣਾ ਕਰੇਗਾ, ਭਾਵ ਦੁਨੀਆ ਰੂਪੀ ਦਰਗਾਹ ਵਿੱਚ ਵੀ, ਅਤੇ ਜੋ ਅੰਦਰ ਗ੍ਰਹਿ ਤੁਰਿਆ ਪਦ ਰੂਪ ਟਿਕਾਣਾ ਹੈ ਉਸ ਨੂੰ ਪਾ ਲਵੇਂਗਾ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕਰ ਰਹੇ ਹਨ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਦੇਹੀ, ਤੇਰਾ ਸਰੀਰ ਅਰੋਗ ਰੋਗ ਤੋਂ ਰਹਿਤ, ਸੋਨੇ ਵਰਗਾ ਸੋਹਣਾ ਹੈ। ਲਿਵ ਲਾਵੋ ਤਿਸ ਰਾਮ ਸਨੇਹੀ। ਕਿ ਉਸ ਸਨੇਹੀ, ਉਸ ਪਿਆਰੇ RAM ਹਰੀ ਵਾਹਿਗੁਰੂ ਵਿੱਚ ਬਿਰਤੀ ਲਾਉਣਾ ਕਰ। ਜਿਹ ਪ੍ਰਸਾਦ ਤੇਰਾ ਓਲਾ ਰਹਿਤ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੇਰੇ ਔਗੁਣਾਂ ਦਾ ਓਲਾ ਪੜਦਾ ਬਣਿਆ ਰਹਿੰਦਾ ਹੈ। ਜਿਹ ਪ੍ਰਸਾਦ ਤੇਰਾ ਓਲਾ ਰਹਿਤ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੇਰੇ ਔਗੁਣਾਂ ਦਾ ਓਲਾ ਪੜਦਾ ਬਣਿਆ ਰਹਿੰਦਾ ਹੈ। ਮਨ ਸੁਖ ਪਾਵਹਿ ਹਰ ਹਰ ਜਸ ਕਹਿਤ। ਕਿ ਹੇ ਮਨਾ, ਹਰੀ ਵਾਹਿਗੁਰੂ ਦੀ ਵਡਿਆਈ ਕਰਨੇ ਕਰਕੇ ਆਤਮਿਕ ਸੁਖ ਪ੍ਰਾਪਤ ਕਰੇਗਾ। ਜਿਹ ਪ੍ਰਸਾਦ ਤੇਰੇ ਸਾਗਲ ਸਿੱਧਰ ਢਾਕੇ। ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕੈ। ਜਿਹ ਪ੍ਰਸਾਦ ਤੇਰੇ ਸਾਗਲ ਸਿੱਧਰ ਢਾਕੇ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੇਰੇ ਸਾਗਲ ਸਾਰੇ ਸਿੱਧਰ ਗੁਨਾਹ ਭਾਵ ਐਬ ਢੱਕ ਕੇ ਰੱਖੇ ਹੋਏ ਹਨ। ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕੈ। ਉਸ ਪ੍ਰਭੂ ਹਰੀ ਵਾਹਿਗੁਰੂ ਠਾਕੁਰ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਪੈਣਾ ਕਰ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੇਰੇ ਸਾਰੇ ਗੁਨਾਹ ਭਾਵ ਐਬ ਢੱਕ ਕੇ ਰੱਖੇ ਹੋਏ ਹਨ। ਜਿਹ ਪ੍ਰਸਾਦ